ਹੈਲੋ, ਸਤਿ ਸ਼੍ਰੀ ਅਕਾਲ ਮੇਰੇ ਸਾਰੇ ਦੋਸਤੋ। ਅੱਜ ਆਪਣਾ ਸ਼ੁਰੂ ਹੋਣ ਜਾ ਰਿਹਾ ਹੈ ਪਾਰਟ ਨੰਬਰ 4। ਠੀਕ ਹੈ ਜੀ। ਇਹਦੇ ਨਾਲ ਆਪਣਾ ਕੀ ਹੋ ਜਾਊਗਾ, ਜਰਨਲ ਵਾਇਸਰਾਏ ਸਾਰਾ ਨਿਬੜ ਜੂਗਾ। ਠੀਕ ਹੈ ਜੀ। ਅਤੇ ਸੋਮਵਾਰ ਨੂੰ ਆਪਣਾ ਸ਼ਾਇਦ ਇੱਕ ਲੈਕਚਰ ਹੀ ਲੱਗੇ ਹਿਸਟਰੀ ਦਾ, ਅਤੇ ਇਹ ਸਾਰੀ ਜਿਹੜੀ ਗਾਂਧੀ ਚੌਕ ਵਾਲੀ ਹਿਸਟਰੀ ਆਪਣੀ, ਠੀਕ ਹੈ ਜੀ, ਇਹ ਆਪਣੀ ਸਾਰੀ ਕੰਪਲੀਟ ਹੋ ਜੂਗੀ। ਠੀਕ ਹੈ ਜੀ। ਇਸ ਤੋਂ ਬਾਅਦ ਆਪਾਂ ਪ੍ਰਾਚੀਨ ਹਿਸਟਰੀ ਨਿਬੇੜ ਦਾਂਗੇ ਦਵਾ ਦਵਾ, ਅਤੇ ਫਿਰ ਆਪਣਾ ਸਿਲੇਬਸ ਥੋੜ੍ਹੀ ਰਹਿ ਜੂਗਾ, ਫਿਰ ਬਾਹਲਾ ਸਿਲੇਬਸ ਨਹੀਂ ਰਹਿ ਜੂਗਾ ਆਪਣਾ। ਠੀਕ ਹੈ। ਦੇਖੋ ਹਿਸਟਰੀ ਆਪਣੀ ਉਹਦੇ ਵਿੱਚ ਕਵਰ, ਹਿਸਟਰੀ ਆਪਣੀ ਕਵਰ ਹੋ ਜੂਗੀ। ਇਸ ਤੋਂ ਬਾਅਦ ਰਹਿ ਜੂਗੀ ਪ੍ਰਾਚੀਨ ਹਿਸਟਰੀ ਅਤੇ ਮੱਧਕਾਲੀਨ ਹਿਸਟਰੀ। ਠੀਕ ਹੈ। ਇਹ ਆਪਾਂ ਸਹੀ 10 ਦਿਨਾਂ ਦੇ ਵਿੱਚ ਨਿਬੇੜ ਦਾਂਗੇ। ਓਕੇ। ਜਦੋਂ ਇਹ ਨਿਬੜ ਗਈ ਆਪਣੀ, ਓਕੇ, ਇਹਦੇ ਟੈਸਟ ਚੱਲ ਪਣਗੇ। ਇਸ ਤੋਂ ਬਾਅਦ ਆਪਾਂ ਛੇੜਾਂਗੇ ਪਲੀਟੀ ਦਾ ਆਪਣਾ ਕੋਈ ਕੰਮ ਬਾਹਲਾ ਹੈ ਨਹੀਂ। ਪੋਲੀਟੀਕਲ ਦੇ ਵਿੱਚ ਸਿਰਫ ਆਪਾਂ ਆਰਟੀਕਲ ਅਤੇ ਫੰਡਾਮੈਂਟਲ ਰਾਈਟ, ਫੰਡਾਮੈਂਟਲ ਡਿਊਟੀ, ਜਿਹੜਾ ਕੋਈ ਸਿਲੇਬਸ ਹੈਗਾ ਆਪਾਂ ਉਹੀ ਕਵਰ ਕਰਾਂਗੇ। ਇਸ ਤੋਂ ਬਾਅਦ ਆਪਾਂ ਕਰਾਂਗੇ ਜਿਓਗ੍ਰਾਫੀ। ਠੀਕ ਹੈ ਨਾ। ਆਪਾਂ ਕਹਿਣ ਦਾ ਮਤਲਬ ਕਿ ਪੇਪਰ ਤੋਂ ਪਹਿਲਾਂ ਸਾਰਾ ਸਿਲੇਬਸ ਨਿਬੇੜ ਦੇਣਾ ਗਾ ਜੀਕੇ ਦਾ। ਜਿੰਨੀ ਛੇਤੀ ਆਪਣਾ ਸਿਲੇਬਸ ਨਿਬੜੂਗਾ ਉਨੀ ਛੇਤੀ ਫਿਰ ਆਪਾਂ ਟੈਸਟ ਲਾਇਆ ਕਰਾਂਗੇ। ਫਿਰ ਤੁਹਾਡਾ ਨਾ ਜਦੋਂ ਆਪਣਾ ਸਾਰਾ ਸਿਲੇਬਸ ਕੰਪਲੀਟ ਹੋ ਗਿਆ, ਵਿੱਚ ਸਾਇੰਸ, ਫਿਜ਼ਿਕਸ, ਕੈਮਿਸਟਰੀ, ਮੈਥ ਦੇ ਮਹੱਤਵਪੂਰਨ ਟੌਪਿਕ ਕਰਾਂਗੇ, ਜ਼ਿਆਦਾ ਡਿਟੇਲ ਦੇ ਵਿੱਚ ਨਹੀਂ ਜਾਂਦੇ ਆਪਾਂ। ਠੀਕ ਹੈ। ਅਤੇ ਫਿਜ਼ਿਕਸ, ਕੈਮਿਸਟਰੀ, ਫਿਜ਼ਿਕਸ ਹੋ ਗਈ, ਕੈਮਿਸਟਰੀ ਹੋ ਗਈ, ਅਤੇ ਆਪਣੀ ਬਾਇਓਲੋਜੀ ਆਪਾਂ ਨੂੰ ਡਿਟੇਲ ਦੇ ਵਿੱਚ ਕਰਨੀ ਪਊਗੀ। ਠੀਕ ਹੈ ਜੀ। ਉਹ ਆਪਾਂ ਸਾਰੀਆਂ ਚੀਜ਼ਾਂ ਇਕੱਠੀਆਂ ਕਰਕੇ ਫਿਰ ਆਪਾਂ ਅੱਗੇ ਚੱਲਾਂਗੇ। ਠੀਕ ਹੈ। ਫਿਰ ਤੁਹਾਨੂੰ ਕੀ ਕਰਿਆ ਕਰਾਂਗਾ, ਡੇਲੀ ਮੈਂ ਤੁਹਾਡਾ ਡੇਲੀ ਜਦੋਂ ਆਪਣੀ ਸਾਰੇ ਮਤਲਬ ਦੂਸਰੇ ਸਬਜੈਕਟ ਚੱਲੀ ਜਾਣਗੇ, ਜਦੋਂ ਆਪਣੀ ਕੇ ਨਿਬੜ ਗਈ, ਡੇਲੀ ਤੁਹਾਨੂੰ 50 MCQ ਪਾਇਆ ਕਰੂੰਗਾ ਮੈਂ। ਠੀਕ ਹੈ। ਅਤੇ ਉਹਦੇ ਵਿੱਚ ਨੈਗੇਟਿਵ ਮਾਰਕਿੰਗ ਵੀ ਹੋਇਆ ਕਰੂਗੀ। ਪੇਪਰ 'ਚ ਚਾਹੇ ਨੈਗੇਟਿਵ ਮਾਰਕਿੰਗ ਨਹੀਂ ਹੈਗੀ, ਪਰ ਆਪਾਂ ਨੈਗੇਟਿਵ ਮਾਰਕਿੰਗ ਕਰਿਆ ਕਰਾਂਗੇ, ਕਿਉਂਕਿ ਹਜੇ ਕੋਈ ਕਨਫਰਮ ਨਹੀਂ ਦੱਸਿਆ ਉਹਨਾਂ ਨੇ। ਅਤੇ 50 ਪ੍ਰਸ਼ਨ ਮੈਂ ਡੇਲੀ ਪਾਇਆ ਕਰੂੰਗਾ। 50 ਪ੍ਰਸ਼ਨਾਂ ਦੇ ਵਿੱਚੋਂ ਮੈਨੂੰ ਪਤਾ ਹੈਗਾ ਜਿਹੜੇ ਬੱਚੇ ਪੜ੍ਹਨ ਵਾਲੇ 45+ ਨੰਬਰ ਹਰੇਕ ਬੱਚਾ ਲੈ ਕੇ ਜਾਇਆ ਕਰੂਗਾ। ਓਕੇ। ਅਤੇ ਦੂਸਰੀ ਗੱਲ ਰਹੀ ਆਪਣੀ, ਇੱਕ ਇਹ ਗੱਲ ਕਰੀ ਸੀ, ਇੱਕ ਕੱਲ੍ਹ ਨੂੰ ਆਪਣੀ 12 ਵਜੇ ਕਲਾਸ ਲੱਗਣੀ ਹੈ ਬਾਈ ਮੁੰਡਿਓ, ਉਹ ਮੈਥ ਦੇ ਵਿੱਚ ਜਿਹੜੇ ਬੱਚਿਆਂ ਨੂੰ ਹੁਣ ਤੱਕ ਸਵਾਲ ਆਪਾਂ ਕਰਵਾਏ ਹੈ, ਕੋਈ ਨਹੀਂ ਸਮਝ ਆਇਆ, ਉਹ ਮੈਨੂੰ ਟੈਲੀਗ੍ਰਾਮ 'ਤੇ, ਠੀਕ ਹੈ, ਸਕਰੀਨਸ਼ਾਟ ਖਿੱਚ ਕੇ ਸਵਾਲ ਦਾ ਭੇਜ ਦਿਓ। ਅਤੇ ਉਹ ਆਪਾਂ ਜਦੋਂ ਕੱਲ੍ਹ ਨੂੰ ਬੈਠਾਂਗੇ, ਕੱਲ੍ਹ ਨੂੰ ਆਪਾਂ ਸਾਰੇ ਘੱਟੋ ਘੱਟ ਮੈਨੂੰ 10-12 ਸਵਾਲ ਆ ਗਏ ਜਿਹੜੇ ਬੱਚਿਆਂ ਨੂੰ ਆਉਂਦੇ ਨਹੀਂ ਸੀ, ਅਤੇ ਉਹ ਆਪਾਂ ਸਾਰੇ ਕੱਲ੍ਹ ਨੂੰ ਇਕੱਠੇ ਬੈਠ ਕੇ ਕਰਾਂਗੇ। ਠੀਕ ਹੈ ਜੀ। 12 ਵਜੇ ਦੀ ਆਪਣੀ ਕਲਾਸ ਹੈ, 12 ਸਵਾ 12 ਵਾਸਤੇ ਤੁਹਾਡੀ ਆਪਣੀ ਕਲਾਸ ਲੱਗੂਗੀ। ਅਤੇ ਤੁਸੀਂ ਉਹ ਚੰਗੀ ਤਰ੍ਹਾਂ ਸਮਝ ਲਓ, ਜਮਾ ਆਪਾਂ ਸ਼ੁਰੂ ਤੋਂ ਲੈ ਕੇ, ਠੀਕ ਹੈ, A+B ਵਾਲੇ ਫਾਰਮੂਲੇ ਤੋਂ ਲੈ ਕੇ ਐਂਡ ਤੱਕ ਆਪਾਂ ਜਿਹੜੇ 10 MCQ ਕੀਤਾ, ਉੱਥੋਂ ਤੱਕ ਆਪਾਂ ਸਾਰਾ ਕੁਛ ਕਵਰ ਕਰਾਂਗੇ ਇਹਦੇ ਵਿੱਚ, ਜਿਹੜੇ ਮਹੱਤਵਪੂਰਨ ਚੀਜ਼ਾਂ ਹੈਗੀਆਂ। ਓਕੇ ਜੀ। ਹੁਣ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਪਹਿਲਾ ਲੈਕਚਰ, ਚੌਥਾ ਲੈਕਚਰ, ਆਖਰੀ ਲੈਕਚਰ ਹੈ ਇਹ ਇਹਦਾ ਵਾਇਸਰਾਏ ਵਾਲਾ। ਇਹ ਤੋਂ ਬਾਅਦ ਇੱਕ ਲੈਕਚਰ ਹੋਰ ਲੱਗਣਾ, ਉਹਦੇ ਵਿੱਚ ਸਿਰਫ ਤੁਹਾਨੂੰ ਇਹ ਦੱਸੂਗਾ ਮੈਂ ਕਿ ਕਿਹੜੀ ਉਪਾਧੀ ਕਿਹਨੇ ਕਿਹਨੂੰ ਦਿੱਤੀ ਹੈ। ਠੀਕ ਹੈ। ਸਭ ਤੋਂ ਸੌਖਾ ਕੰਮ ਆ ਉਹ। ਦੇਖੋ, ਸਭ ਤੋਂ ਪਹਿਲਾਂ ਸਿਵਲ ਸੇਵਾ ਪ੍ਰੀਖਿਆ ਦੀ ਸ਼ੁਰੂਆਤ ਭਾਰਤ ਵਿੱਚ ਕਿਸ ਵਾਇਸਰਾਏ ਨੇ ਕੀਤੀ। ਦੇਖੋ ਬੱਚੇ, ਓਪਰੇਸ਼ਨ ਸੁਣਨ ਵਾਲਾ ਗਾ। ਪੁਲਿਸ ਦਾ ਜਨਕ ਕੌਣ ਆ, ਪਹਿਲਾਂ ਤਾਂ ਮੈਨੂੰ ਇਹ ਦੱਸੋ। ਪੁਲਿਸ ਦਾ ਜਨਕ ਹੈਗਾ ਜੀ ਆਪਣਾ ਲਾਰਡ ਕਰਜ਼ਨ। ਓਕੇ ਜੀ। ਸਿਵਲ ਸੇਵਾ ਦੇ ਵਿੱਚ 19 ਤੋਂ 21 ਵਰਸ਼ ਉਮਰ ਕਿਹਨੇ ਕੀਤੀ ਸੀ, ਤੁਹਾਨੂੰ ਮੈਂ ਦੱਸਿਆ ਕਿ ਕਹਿ ਲਓ, ਯਾਦ ਕਰਨ ਵਾਸਤੇ ਕਿਹਾ ਸੀ ਤੁਹਾਨੂੰ। ਮੈਨੂੰ ਸਿੱਧਾ ਦੱਸੋ ਆਨਸਰ ਕਿ ਭਾਈ 19 ਤੋਂ ਲੈ ਕੇ 21 ਤੱਕ ਏਜ ਕਿਹਨੇ ਵਧਾਉਣ ਦੀ ਗੱਲ ਕਹੀ ਸੀ। ਠੀਕ ਹੈ ਜੀ। ਲਿਟਨ ਨੇ ਕਹੀ ਸੀ ਕਿ ਰਿਪਨ ਨੇ ਕਹੀ ਸੀ, ਜਾਂ ਕਿਸੇ ਹੋਰ ਨੇ ਕਹੀ ਸੀ। ਜਿਹਨੇ ਸਿਵਲ ਸਰਵਿਸ ਦੀ ਉਮਰ 19 ਤੋਂ ਪਹਿਲਾਂ 21 ਸੀ, 21 ਤੋਂ 19 ਕਰਤੀ ਸੀ, 19 ਤੋਂ ਫਿਰ ਕੀ ਕਰਤੀ ਸੀ ਬੱਚਿਓ, 21 ਕਰਤੀ ਸੀ। ਸਿਵਲ ਸੇਵਾ ਦੀ ਸ਼ੁਰੂਆਤ ਭਾਰਤ ਵਿੱਚ ਕਿਸ ਵਾਇਸਰਾਏ ਨੇ ਕੀਤੀ ਸੀ, ਇਹ ਤੁਸੀਂ ਦੱਸਣਾ। ਇਹ ਮੈਂ ਤੁਹਾਨੂੰ ਦੱਸਦਾ ਕਿਹਨੇ ਕੀਤੀ, ਲਾਰਡ ਕਰਜ਼ਨ ਨੇ ਤਾਂ ਕੀਤੀ ਨਹੀਂ ਸੀ, ਉਹਦਾ ਪੁਲਿਸ ਦਾ ਜਨਕ ਸੀ। ਦੇਖੋ, ਸਿਵਲ ਪ੍ਰੀਖਿਆ ਦੀ ਸ਼ੁਰੂਆਤ ਭਾਰਤ ਦੇ ਵਿੱਚ ਦੇਖੋ, ਸਿਵਲ ਪ੍ਰੀਖਿਆ ਦੇਣ ਵਾਸਤੇ ਆਪਾਂ ਨੂੰ ਕੀ ਕਰਨਾ ਪੈਂਦਾ। ਸਿਵਲ ਪ੍ਰੀਖਿਆ ਦੇਣ ਵਾਸਤੇ ਆਪਾਂ ਨੂੰ ਰੀਡਿੰਗ ਵੱਧ ਤੋਂ ਵੱਧ ਕਰਨੀ ਪਊਗੀ ਨਾ, ਵੱਧ ਤੋਂ ਵੱਧ ਰੀਡ ਕਰਾਂਗੇ, ਫਿਰ ਹੀ ਆਪਾਂ ਸਿਵਲ ਸਰਵਿਸ ਦੇ ਵਿੱਚ ਬੈਠਾਂਗੇ। ਤਾਂ ਆਹ ਦੇਖੋ ਆਨਸਰ ਕੀ ਵੀ ਤੁਹਾਨੂੰ ਮੈਂ ਨਾਲ ਦੇ ਨਾਲ ਹੀ ਦੇਈ ਜਾਂਦਾ ਕਿ ਇਹ ਆ ਗਈ ਜੀ ਆਪਣੇ ਰੀਡਿੰਗ। ਲਾਰਡ ਰੀਡਿੰਗ ਸੀ ਜਿਹਨੇ ਸਿਵਲ ਸੇਵਾ ਦੀ ਪ੍ਰੀਖਿਆ ਭਾਰਤ ਦੇ ਵਿੱਚ ਸ਼ੁਰੂ ਕੀਤੀ ਸੀ। ਓਕੇ ਜੀ। ਚੰਗੀ ਤਰ੍ਹਾਂ ਸਮਝ ਕੇ ਚੱਲਣਾ। ਹੁਣ ਦੇਖੋ ਲਾਰਡ ਰਿਪਨ ਨੇ ਕੀ ਕੀਤਾ ਸੀ, ਇਹਨੇ ਬਰਨਾਕੁਲਰ ਐਕਟ ਸੀ ਜਿਹੜਾ, ਉਹ ਐਕਟ ਨੇ ਲਾਗੂ ਕੀਤਾ ਸੀ ਕਿ ਸਮਾਪਤ ਕੀਤਾ ਸੀ। ਲਾਰਡ ਕਰਜ਼ਨ ਨੇ ਕੀ ਕੀਤਾ ਸੀ। ਓਕੇ ਜੀ। ਲਾਰਡ ਕਰਜ਼ਨ 2 ਵਾਰੀ ਆਪਸ਼ਨ 'ਚ ਆ ਗਿਆ। ਇਹ ਸਾਰੀਆਂ ਡਿਟੇਲ ਨਾ, ਜੇ ਤੁਸੀਂ ਕੋਈ ਹੱਲ ਆ ਜਾਂਦਾ ਆਪਸ਼ਨ, ਚੰਗੀ ਤਰ੍ਹਾਂ ਫੇਰ ਲਿਆ ਕਰੋ ਨਾਲ ਦੇ ਨਾਲ। ਲਾਰਡ ਕੈਨਿੰਗ ਦੇ ਸਮੇਂ ਦੀ ਮਹੱਤਵਪੂਰਨ ਘਟਨਾ ਦੱਸੋ। ਦੇਖੋ, ਲਾਰਡ ਕੈਨਿੰਗ, ਬੰਗਾਲ ਦਾ ਵਿਭਾਜਨ ਦੇ ਸਮੇਂ ਹੋ ਨਹੀਂ ਸਕਦਾ, ਕਿਉਂਕਿ ਜਦੋਂ ਬੰਗਾਲ ਦਾ ਵਿਭਾਜਨ ਹੋਇਆ ਸੀ ਉਦੋਂ 1905 ਦੇ ਵਿੱਚ ਲਾਰਡ ਕਰਜ਼ਨ ਸੀ। ਠੀਕ ਹੈ। ਮਿਆਂਮਾਰ ਭਾਰਤ ਤੋਂ ਅਲੱਗ, ਇਹ ਤਾਂ ਬਹੁਤ ਲੇਟ ਦੀ ਗੱਲ ਹੈ। ਕਾਂਗਰਸ ਦੀ ਸਥਾਪਨਾ ਕਦੋਂ ਹੋਈ ਸੀ, ਕਾਂਗਰਸ ਦੀ ਹੋਈ ਸਥਾਪਨਾ 1885 ਦੇ ਵਿੱਚ। ਉਦੋਂ ਕੌਣ ਸੀ, ਉਦੋਂ ਹੈਗਾ ਸੀ ਲਾਰਡ ਡਫਰਨ।
ठीक है, कहना मतलब आ भी एलिमिनेट होगी, आ भी एलिमिनेट होगी तो आ भी एलिमिनेट होगी। मगर कट कटा के अपने को की बच गया जी, कट कटा के बच गया बंगाल का विद्रोह जो 1857 ईस्वी के होया सी। ठीक है जी, 1857 का विद्रोह कहा जाता इनू, चरबी वाले कारतूसां के विरुद्ध होया सी। पहला शहीद कौन सी? मंगल पांडे सी। ठीक है जी। ऑप्शन आ एलिमिनेट करनियां सिख लो। एलिमिनेट जिवें मैं कीतियां गईयां, देखो जिवें मैं तुहानूं दस्सिया सी कि आ बंगाल की वंड हुई 1905 ਦੇ ਵਿੱਚ, कांग्रेस की स्थापना हुई 1885 ਦੇ ਵਿੱਚ, आ लेट होया सब तो काम। ठीक है, तो इतों एलिमिनेट करना सीख लो। जो आ तो हो ही नहीं सकती, आ भी नहीं हो सकती, आ भी नहीं हो सकती, फिर आ तो 100% ही होगी। ठीक है, तुम मतलब एक एलिमिनेट मैथड ਨਾਲ पढ़ोगे तो बहुत वधिया रहोगे। ठीक है जी। कैनिंग के समय देखो जी, कहते कैनिंग के समय लॉर्ड कैनिंग से जोड़ा, ये समय उच्च अदालतों की स्थापना कित्थे हुई सी? देखो जी 4 ऑप्शन है कित्थे हुई सी उदों, दसना तुसी। उच्च अदालत ये हुई सी जी अपने बंबई, कलकत्ता, मद्रास। मद्रास नूं अज के टाइम की कहा जाता? चेन्नई कहा जाता। बंबई, कलकत्ता, मद्रास। ठीक है, BKM ਦੇ ਵਿੱਚ ਹੋਈ ਸੀ लॉर्ड कैनिंग के समय। तो जी सब तो पहला अपने हाई कोर्ट लगी सी बच्चों, वो किहड़े एक्ट के अधीन लगी सी? वो 1773 के रैगूलेटिंग एक्ट के अधीन लगी सी। कदों लगी सी? 1774 ਦੇ ਵਿੱਚ। कित्थे लगी सी? कलकत्ता ਦੇ ਵਿੱਚ लगी सी। पहला किन्ने जज सी? 4 मुख जज सी। पहला जज कौन सी? इंपे। ठीक है जी, इंपे सी पहला जज। जलियांवाले बाग की घटना किस शासनकाल के किस शासनकाल के हुई सी? जिन्हें कल वाली थ्योरी वधिया ढंग नाल करी है, उन्होंने आ प्रश्न चंगी तरह आउंदे होणगे वो बच्चों नूं। ठीक है, एक तरह का टैसट है। पहला तुसीं ऐ करो 15 सवाल ये पहले तुसीं आप टिक ला के देखो कि तुहाडे किन्ने सही हुंदे आ। मैं तुहानूं तां करवाउणा क्योंकि फिर इन्ना टाइम नहीं है कि कल नूं फिर मैं तुहानूं यही वीडियो रिपीट करवाई जावां। ठीक है, कल नूं मैं तुहानूं नवां टॉपिक शुरू करूँगा सोमवार नूं, ते आपां सिलेबस नूं छेती कवर कर दईए। तो ਜਿਹੜੇ बच्चों ਨੂੰ मैथ ਦੇ प्रॉब्लम देखो बच्चों, मैथ का लैक्चर अपना सिर्फ ऊँ तो डेली लग्या करूँगा, पर ਜਿਹੜਾ अपना कन्फ्यूजन है किसी बच्चे ਨੂੰ, जिदा कोई थोड़ी मोटी कन्फ्यूजन है वो आप अगली वीडियो के ही हल कर लिया करांगे। जिवें अपना अगला लैक्चर लग्या करूँगा कोई भी, जिवें अज अपना सोमवार है, कल मंगलवार है, उदों जो अपना लैक्चर लग्या करूँगा वो भी आप कवर कर लिया करांगे वो चीज़ां। पर जे किसी बच्चे के प्रश्न 10 ਤੋਂ 20 तक टपदे आ तो वो वास्ते आप की करिया करांगे, संडे को एक क्लास रख लिया करांगे कन्फ्यूजन की ओनली कन्फ्यूजन जिहदे कन्फ्यूजन है वो तुसीं कहो तो रीजनिंग भी रख लिया करूँगा, वो तुसीं दसो किहड़े हिसाब से रखनी है। ठीक है, तो इस तो बाद देखो जलियांवाले बाग की घटना किसी शासनकाल के समय हुई सी? देखो ऑप्शन कट्टनियां सीख लो। सब तो पहले चक लो लॉर्ड कर्जन, ये समय तो हो ही नहीं सकती बच्चों, ये समय तक घटना हो ही नहीं सकती। क्यों नहीं हो सकती? क्योंकि ये तो उदों सी जो 1905 के बंगाल की वंड हुई सी, तो ये हुई है घटना 1919 के। तो लार्ड मेयो का शासनकाल है 1872 के, जिन्हों की पहली जनगणना करी सी, इन्हों एक अफगानी ने मारता सी। लॉर्ड डलहौजी आई नहीं सकता क्योंकि ये गल है 1853 ईस्वी के इन्हें पहली रेलगड्डी चलाई सी। देखो तिन्ने एलिमिनेट हो गया ना। हुण मगर कट कटा के की बच गया अपने को? लॉर्ड चैम्सफोर्ड। तो यदा आंसर है बच्चों लॉर्ड चैम्सफोर्ड, यदा आंसर है। ठीक है जी, चंगी तरह एलिमिनेट करना सीख लो ऑप्शनों नूं। ठीक है जी, ये तां ही हो सकता जे आप डिटेल दे विच करांगे। देखो विधवा ब्याह किस वाइसराय ने समय लागू किया गया? देखो विधवा ब्याह अद्धे बच्चे चुप करके आ निशानी ला के आउणगे। विलियम बेंटिक बच्चों गलत है। इन्हें की कीता सी? दसो जी, इन्हें की कीता सी? इन्हें की सी सती प्रथा खत्म 1829 ਦੇ ਵਿੱਚ सती प्रथा खत्म की सी किहने रल के? राजा राम मोहन नाल रल के। ये तो आ ही नहीं सकता। वॉरन हेस्टिंग नहीं आ सकता क्योंकि वॉरन हेस्टिंग का 1773 ਦੇ सी। ठीक है, ये आ ही नहीं सकता क्यों? ये पहला बंगाल का गवर्नर जनरल सी। ठीक है जी, ये तो आ ही नहीं सकता। हुण रौला पैंदा गा कैनिंग का ते लॉर्ड हलेरी का। ठीक है, रौला किहदा पैंदा? कैनिंग का ते लॉर्ड हलेरी का। हुण इन्हां दे विचों की आऊगा? लॉर्ड कैनिंग इहदा जी आंसर हैगा। ओके जी, लॉर्ड कैनिंग इहदा आंसर है। लॉर्ड कैनिंग के समय विधवा विआह मुड़ लागू किया सी। ओके जी, ये की गल सी? जिवें हुण पहलां इन्होंने चलाई सी सती प्रथा। सती प्रथा दे विच जो कोई औरत मर जाती सी
ਨਾ, ਜਦੋਂ ਕੋਈ ਪਤੀ ਮਰ ਜਾਂਦਾ ਸੀ ਉਸ ਦੀ ਔਰਤ ਨੂੰ ਉਹਦੀ ਚਿਤਾ ਦੇ ਵਿੱਚ ਜਲਾ ਦਿੱਤਾ ਜਾਂਦਾ ਸੀ। ਪਰ ਇਸ ਤੋਂ ਬਾਅਦ ਜੋ ਸਤੀ ਪ੍ਰਥਾ ਖਤਮ ਕਰਤੀ ਵਿਲੀਅਮ ਬੈਂਟਿੰਗ ਨੇ ਤੇ ਰਾਜਾ ਰਾਮ ਮੋਹਨ ਰਾਏ ਨੇ, ਇਦੋਂ ਬਾਅਦ ਇਹਨਾਂ ਨੇ ਇੱਕ ਹੋਰ ਐਕਸ਼ਨ ਲੈਤਾ, ਵਿਧਵਾ ਵਿਆਹ। ਵਿਧਵਾ ਵਿਆਹ ਦੇ ਵਿੱਚ ਕੀ ਹੁੰਦਾ ਸੀ, ਜੇਕਰ ਕਿਸੇ ਔਰਤ ਦਾ ਘਰ ਵਾਲਾ ਮਰ ਜਾਂਦਾ ਤਾਂ ਉਸ ਨੂੰ ਪੂਰਾ ਹੱਕ ਹੈ ਕਿ ਉਹ ਆਪਦੀ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕਰ ਸਕਦੀ ਹੈ। ਠੀਕ ਹੈ ਜੀ, ਇਹਦਾ ਵੀ ਆਪਣੇ ਭਾਰਤੀਆਂ ਨੇ ਬਹੁਤ ਵਿਰੋਧ ਕੀਤਾ ਸੀ। ਪਹਿਲਾ ਵਿਸ਼ਵ ਯੁੱਧ ਕਿਸਦੇ ਸਮੇਂ ਵਿੱਚ ਹੋਇਆ? ਦੇਖੋ ਜੀ, ਪਹਿਲਾ ਵਿਸ਼ਵ ਯੁੱਧ ਕਿਸਦੇ ਸਮੇਂ ਵਿੱਚ ਹੋਇਆ? ਵਾਰਨ ਹੇਸਟਿੰਗ ਦਾ ਐਲੀਮੀਨੇਟ ਕਰ ਦਿਓ, ਲਾਰਡ ਕਰਜ਼ਨ ਵੀ ਐਲੀਮੀਨੇਟ ਕਰ ਦਿਓ। ਠੀਕ ਹੈ, ਲਾਰਡ ਰੀਡਿੰਗ ਅਤੇ ਲਾਰਡ ਹਾਰਡਿੰਗ। ਰੀਡਿੰਗ ਆ ਨਹੀਂ ਸਕਦਾ। ਠੀਕ ਹੈ, ਲਾਰਡ ਹਾਰਡਿੰਗ ਦੇ ਆਉਣ ਦੀ ਸੰਭਾਵਨਾ, ਕਿਉਂਕਿ ਇਹਦਾ ਕਾਰਜਕਾਲ ਦੇਖੋ ਕਿਉਂਕਿ ਇਹਦਾ ਕਾਰਜਕਾਲ 1914 ਤੋਂ ਲੈ ਕੇ 1916 ਤੱਕ ਰਿਹਾ 100% ਸ਼ਾਇਦ। ਠੀਕ ਹੈ, 1916 ਤੱਕ ਰਿਹਾ ਇਹਦਾ ਕਾਰਜਕਾਲ, ਤਾਂ ਕਰਕੇ ਲਾਰਡ ਹਾਰਡਿੰਗ, ਕਿਉਂਕਿ ਉਹਦੀ ਗਾਂਧੀ 1915 ਦੇ ਵਿੱਚ 9 ਜੈਨ 1915 ਨੂੰ ਗਾਂਧੀ ਕੀ ਹੋ ਗਿਆ ਸੀ, ਗਾਂਧੀ ਜੀ ਆ ਗਏ ਸੀ ਆਪਣੇ ਭਾਰਤ ਦੇ ਵਿੱਚ ਐਂਟਰ ਕਰ ਗਏ ਸੀ। ਜਿਹੜੇ ਦਿਨ ਨੂੰ ਉਸ ਦਿਨ ਦੇ ਦਿਨ ਨੂੰ ਕੀ ਜਾਂਦਾ ਭਾਰਤੀ ਪ੍ਰਵਾਸੀ ਦਿਵਸ ਆਪਾਂ 9 ਜਨਵਰੀ ਨੂੰ ਮਨਾਉਂਦੇ ਹਾਂ, ਕਿਉਂਕਿ ਉਸ ਦਿਨ ਗਾਂਧੀ ਜੀ ਸਾਊਥ ਅਫਰੀਕਾ ਤੋਂ ਐਂਟਰ ਹੋਏ ਸੀ ਆਪਣੇ ਭਾਰਤ ਦੇ ਵਿੱਚ 9 ਜਨਵਰੀ 1915 ਨੂੰ। ਠੀਕ ਹੈ, ਆਪਸ਼ਨਾਂ ਕੱਟਣੀਆਂ ਸਿੱਖ ਲਓ। ਅਤੇ ਲਾਰਡ ਰੀਡਿੰਗ ਨੇ ਕੀ ਕੀਤਾ ਸੀ, ਹੁਣੀ ਕਰਵਾ ਕੇ ਗਏ। ਲਾਰਡ ਰੀਡਿੰਗ ਨੇ ਕੀ ਕੀਤਾ ਸੀ, ਇਹਨੇ ਭਾਰਤ ਦੇ ਵਿੱਚ ਪਹਿਲੀ ਸਿਵਲ ਸਰਵਿਸ ਦਾ ਪੇਪਰ ਰੱਖਿਆ ਸੀ। ਠੀਕ ਹੈ ਜੀ, ਲਾਰਡ ਕਰਜ਼ਨ ਦੇ ਸਮੇਂ ਦੀ ਮਹੱਤਵਪੂਰਨ ਘਟਨਾ, ਬਹੁਤ ਵਾਰੀ ਕਰਵਾਤਾ ਮੈਂ, ਬਹੁਤ ਵਾਰੀ ਪ੍ਰਸ਼ਨ। ਕੋਕਰੀ ਕਾਂਡ ਤਾਂ ਆ ਨਹੀਂ ਸਕਦਾ। ਕੋਕਰੀ ਕਾਂਡ ਕਦੋਂ ਹੋਇਆ ਸੀ? 1925 ਦੇ ਵਿੱਚ। ਕੀ ਹੋਇਆ ਸੀ ਇਹ ਕਾਂਡ ਦੇ ਵਿੱਚ? ਕੌਣ ਸੀ ਇਹਦਾ ਨੇਤਾ, ਕੌਣ ਸੀ ਕੋਕਰੀ ਕਾਂਡ ਦਾ? ਰਾਮ ਪ੍ਰਸਾਦ ਬਿਸਮਿਲ। ਇਹ ਕੀ ਕਰ ਰਿਹਾ ਸੀ? ਨੇਤਵ ਕਰ ਰਿਹਾ ਸੀ, ਮੁਖੀ ਸੀ ਇਹਦਾ। ਕੀ ਕਰ ਰਹੇ ਸੀ? ਚੱਲਦੀ ਹੋਈ ਰੇਲ ਗੱਡੀ ਦੇ ਵਿੱਚੋਂ ਅੰਗਰੇਜ਼ਾਂ ਦੇ ਹਥਿਆਰ ਲੁੱਟਦੇ ਸੀ, ਪਰ ਇਹਦੇ ਵਿੱਚ ਇਹ ਅਸਫਲ ਰਹੇ ਸੀ। ਠੀਕ ਹੈ, ਰੌਲਟ ਐਕਟ ਆ ਨਹੀਂ ਸਕਦਾ, ਕਿਉਂਕਿ ਰੌਲਟ ਐਕਟ ਹੋਇਆ ਸੀ 1919 ਦੇ ਵਿੱਚ ਪਾਸ, ਜਿਹਦਾ ਵਿਰੋਧ ਕਰਨ ਵਾਸਤੇ ਵਿਸਾਖੀ ਵਾਲੇ ਦਿਨ 13 ਅਪ੍ਰੈਲ ਨੂੰ ਆਪਣੇ ਭਾਰਤੀ ਇਕੱਠੇ ਹੋਏ ਸੀ, ਜਿਹਦੇ ਮਾਈਕਲ ਓਡਾਇਰ ਅਤੇ ਜਨਰਲ ਓਡਾਇਰ ਨੇ ਗੋਲੀਆਂ ਮਾਰਤੀਆਂ ਸੀ। ਠੀਕ ਹੈ, ਕਾਂਗਰਸ ਦੀ ਸਥਾਪਨਾ ਦਾ ਹੀ ਨਹੀਂ ਸਕਦੀ, ਕਿਉਂਕਿ ਉਦੋਂ ਕੌਣ ਸੀ? ਉਦੋਂ ਹੈਗਾ ਸੀ ਡਫਰਿਨ। ਕਾਂਗਰਸ ਦੀ ਸਥਾਪਨਾ ਕਦੋਂ ਹੋਈ ਸੀ? 1885 ਦੇ ਵਿੱਚ। ਕੱਟ ਕਟਾ ਕੇ ਆਪਣੇ ਕੋਲ ਕੀ ਰਹਿ ਗਿਆ? ਬੰਗਾਲ ਦਾ ਵਿਭਾਜਨ ਜਾਂ ਬੰਗਾਲ ਦੀ ਵੰਡ ਕਦੋਂ ਹੋਈ ਸੀ? 1905 ਦੇ ਵਿੱਚ। ਕਿਹਦੇ ਸ਼ਾਸਨਕਾਲ ਦੇ ਵਿੱਚ ਹੋਈ ਸੀ? ਲਾਰਡ ਕਰਜ਼ਨ ਦੇ ਸ਼ਾਸਨਕਾਲ ਦੇ ਵਿੱਚ ਹੋਈ ਸੀ। ਇਹਦਾ ਆਨਸਰ ਬੱਚੋ ਹੈਗਾ ਊੜਾ। ਪ੍ਰਾਚੀਨ ਸਮਾਰਕਾਂ ਦੀ ਮੁਰੰਮਤ ਲਈ ਇੱਕ ਵਿਭਾਗ ਦੀ ਸਥਾਪਨਾ ਕਿਸ ਨੇ ਕੀਤੀ? ਦੇਖੋ, ਜਿਹੜੀਆਂ ਆਪਣੇ ਭਾਰਤ ਦੇ ਵਿੱਚ ਪ੍ਰਾਚੀਨ ਇਮਾਰਤਾਂ, ਠੀਕ ਹੈ, ਜਾਂ ਕੋਈ ਪ੍ਰਾਚੀਨ ਚੀਜ਼ਾਂ ਰਹਿ ਗਈਆਂ ਜਿਹੜੀਆਂ ਦੇਖਣ ਦੇ ਵਿੱਚ ਬਹੁਤ ਹੀ ਮਤਲਬ ਆਕਰਸ਼ਿਤ ਕਰਦੀਆਂ ਲੋਕਾਂ ਨੂੰ ਆਪਦੇ ਵਾਸਤੇ, ਉਹਦੇ ਵਾਸਤੇ ਕੀ ਕਰਿਆ ਸੀ? ਉਹਦੇ ਵਾਸਤੇ ਪ੍ਰਾਚੀਨ ਸਮਾਰਕਾਂ ਦੀ ਮੁਰੰਮਤ ਵਾਸਤੇ ਇੱਕ ਵਿਭਾਗ ਦਾ ਗਠਨ ਕਰਤਾ ਸੀ। ਉਹ ਵਿਭਾਗ ਦੇ ਗਠਨ ਕਰਨ ਦਾ ਮਤਲਬ ਕੀ ਸੀ? ਉਹ ਵਿਭਾਗ ਦੇ ਗਠਨ ਕਰਨ ਦਾ ਮਤਲਬ ਇਹ ਸੀ ਪੁੱਤਰੋ ਕਿ ਮਤਲਬ ਕਿ ਉਹਦਾ ਮਤਲਬ ਇਹ ਸੀ ਕਿ ਜਿਹੜੀ ਵੀ ਕੋਈ ਟੁੱਟ ਭੱਜ ਹੁੰਦੀ ਆ, ਠੀਕ ਹੈ, ਮਤਲਬ ਕੋਈ ਜਗ੍ਹਾ ਹੈਗੀ ਉਹਦੀ ਕੋਈ ਟੁੱਟ ਭੱਜ ਹੁੰਦੀ ਆ, ਉਹਦੀ ਸਾਂਭ ਸੰਭਾਲ ਵਾਸਤੇ, ਉਹਦੀ ਦੇਖ ਰੇਖ ਵਾਸਤੇ ਬੰਦੇ ਲਾਤੇ ਸੀ ਕੰਮ ਕਰਨ ਵਾਸਤੇ। ਅਤੇ ਉਹਨਾਂ ਦੀ ਬੰਦੇ ਦੀ ਨਿਗਰਾਨੀ ਕੌਣ ਕਰਦਾ ਸੀ? ਉਹਨਾਂ ਬੰਦੇ ਦੀ ਨਿਗਰਾਨੀ ਕਰਨ ਵਾਸਤੇ ਜਿਹੜਾ ਵਿਭਾਗ ਬਣਾਇਆ ਸੀ, ਉਹ ਵਿਭਾਗ ਕਿਹਨੇ ਬਣਾਇਆ ਸੀ? ਉਹ ਬਣਾਇਆ ਸੀ ਜੀ ਲਾਰਡ ਕਰਜ਼ਨ ਨੇ ਬਣਾਇਆ ਸੀ। ਆਨਸਰ ਹੈਗਾ ਊੜਾ। ਲਾਰਡ ਮੇਓ ਦੇ ਸਮੇਂ ਕੀ ਹੋਇਆ ਸੀ? 1872 ਦੇ ਵਿੱਚ ਪਹਿਲੀ ਜਨਗਣਨਾ ਹੋਈ ਸੀ। ਵਿਲੀਅਮ ਬੈਂਟਿੰਗ ਨੇ ਕੀ ਕੀਤਾ ਸੀ? 1829 ਦੇ ਵਿੱਚ ਸਤੀ ਪ੍ਰਥਾ ਦਾ ਖਾਤਮਾ ਕੀਤਾ ਸੀ। ਵਿਧਵਾ ਵਿਆਹ ਕਿਹਨੇ ਮੁੜ ਲਾਗੂ ਕੀਤਾ ਸੀ? ਕੈਨਿੰਗ ਨੇ। ਠੀਕ ਹੈ, ਟਿੱਕਾ ਲਾਈ ਚਲੋ ਨਾਲ ਦੇ ਨਾਲ ਤੁਸੀਂ। ਕਿਸ ਵਾਇਸਰਾਏ ਦੇ ਸਮੇਂ ਭਾਰਤ ਅਤੇ ਅਫਗਾਨਿਸਤਾਨ ਵਿੱਚ ਡਰੰਡ ਰੇਖਾ ਖਿੱਚੀ ਗਈ ਸੀ? ਦੇਖੋ, ਪ੍ਰਸ਼ਨ ਤਾਂ ਇੱਥੇ ਹੀ ਬਣ ਗਿਆ। ਕਿਸ ਦੇ ਸਮੇਂ? ਦੇਖੋ, ਭਾਰਤ ਅਤੇ ਪਾਕਿਸਤਾਨ, ਭਾਰਤ ਅਤੇ ਅਫਗਾਨਿਸਤਾਨ। ਪਹਿਲੀ ਗੱਲ ਮੈਨੂੰ ਇਹ ਦੱਸ ਦਿਓ, ਅਫਗਾਨਿਸਤਾਨ ਦੀ ਰਾਜਧਾਨੀ ਕਿਹੜੀ ਹੈ? ਜਿੱਦਾਂ ਮੈਨੂੰ ਰਾਜਧਾਨੀਆਂ ਲਿਖਾਈਆਂ ਨਾ ਅਤੇ ਕੈਪੀਟਲ ਲਿਖਾਈਆਂ, ਪਹਿਲਾ ਆਪਰੇਸ਼ਨ ਅਫਗਾਨਿਸਤਾਨ ਦੀ ਆਇਆ ਸੀ। ਚਲੋ ਰਾਜਧਾਨੀ ਮੈਂ ਦੱਸ ਦਿੰਦਾ, ਕਾਬਲ ਹੈ। ਠੀਕ ਹੈ, ਅਤੇ ਇਹਦੀ ਕਰੰਸੀ ਕੀ ਇਹ ਦੱਸ ਦਿਓ ਮੈਨੂੰ। ਠੀਕ ਹੈ, ਅਤੇ ਭਾਰਤ ਅਤੇ ਅਫਗਾਨਿਸਤਾਨ ਦੇ ਵਿੱਚ ਭਾਰਤ ਅਤੇ ਅਫਗਾਨਿਸਤਾਨ ਨੂੰ ਇੱਕ ਰੇਖਾ ਅਲੱਗ ਕਰਦੀ ਹੈ। ਉਹ ਰੇਖਾ ਦਾ ਕੀ ਨਾਮ ਹੈ? ਇੱਕ ਭਾਰਤ ਅਤੇ ਪਾਕਿਸਤਾਨ ਨੂੰ ਰੇਖਾ ਅਲੱਗ ਕਰਦੀ ਹੈ, ਉਹਦਾ ਕੀ ਨਾਮ ਹੈ? ਇੱਕ ਭਾਰਤ ਅਤੇ ਚੀਨ ਨੂੰ ਅਲੱਗ ਕਰਦੀ ਹੈ, ਉਹਦਾ
ਕੀ ਨਾਮ ਹੈ। ਠੀਕ ਹੈ ਜੀ, ਇਹ ਮੈਨੂੰ ਤੁਸੀਂ ਦੱਸਣਾਗਾ। ਦੱਸੋ ਭਾਰਤ ਤੇ ਅਫਗਾਨਿਸਤਾਨ ਦਾ ਮੈਂ ਤੁਹਾਨੂੰ ਇੱਥੇ ਦੱਸ ਦਿੰਦਾ, ਇਹਦਾ ਤਾਂ ਹੈਗਾ ਡਰੰਡ। ਚਲੋ ਪਾਕਿਸਤਾਨ ਦੇ ਭਾਰਤ ਦੀ ਵਿਚਾਲੇ ਜਿਹੜੀ ਰੇਖਾ ਕੰਮ ਕਰਦੀ ਹੈ ਅਲੱਗ ਕਰਦੀ, ਉਹਦਾ ਨਾਮ ਵੀ ਤੁਹਾਨੂੰ ਦੱਸ ਦੇਣਾ, ਰੈੱਡ ਕਲਿਫ, ਕਿਉਂਕਿ ਉਸ ਸਮੇਂ ਦੇ ਵਿੱਚ ਰੈੱਡ ਕਲਿਫ ਸੀ ਜਿਹਨੇ ਇਹ ਰੇਖਾ ਖਿੱਚੀ ਸੀ। ਹੁਣ ਭਾਰਤ ਤੇ ਚੀਨ ਦੀ ਰੇਖਾ ਤੁਸੀਂ ਦੱਸਣੀ ਹੈ ਮੈਨੂੰ ਕਮੈਂਟਾਂ ਦੇ ਵਿੱਚ। ਠੀਕ ਹੈ, ਅਤੇ ਇਹਦਾ ਆਨਸਰ ਕੀ ਹੈ ਜੀ? ਇਹਦਾ ਆਨਸਰ ਹੈਗਾ ਲਾਰਡ ਲੈਸਡਾਊਨ। ਇਹਦੇ ਸਮੇਂ ਅਫਗਾਨਿਸਤਾਨ, ਆਹ ਭਾਰਤ ਹੈ, ਆਹ ਅਫਗਾਨਿਸਤਾਨ ਹੈ, ਇਹਨਾਂ ਦੋਨਾਂ ਦੇ ਵਿਚਾਲੇ ਵੰਡ ਦੀ ਇੱਕ ਰੇਖਾ ਖਿੱਚੀ ਗਈ ਸੀ। ਇਹ ਰੇਖਾ ਦਾ ਕੀ ਨਾਮ ਹੈ? ਡੁਰੰਡ ਹੈ। ਜਿਹੜੀ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਰੇਖਾ ਖਿੱਚੀ ਗਈ ਸੀ, ਇਹਦਾ ਨਾਮ ਹੈਗਾ ਰੈੱਡ ਕਲਿਫ। ਅਤੇ ਹੁਣ ਤੁਸੀਂ ਮੈਨੂੰ ਦੱਸਣਾ ਹੈਗਾ ਜਿਹੜੀ ਭਾਰਤ ਅਤੇ ਚੀਨ ਦੇ ਵਿਚਾਲੇ ਹੈਗੀ ਉਹਦਾ ਕੀ ਨਾਮ ਹੈਗਾ? ਮੈਕਮੋਹਨ ਉਹਦਾ ਨਾਮ, ਜਾਂ ਕੋਈ ਹੋਰ ਕੀ ਨਾਮ ਹੈਗਾ? ਦੱਸੋ। ਲਾਰਡ ਡਫਰਨ ਦੇ ਸਮੇਂ ਕਿਹੜੀ ਘਟਨਾ ਹੋਈ ਸੀ? ਜਲਿਆਂਵਾਲੇ ਬਾਗ ਦੀ ਘਟਨਾ ਤਾਂ ਹੋਈ ਨਹੀਂ ਸੀ ਇਹਦੇ ਸਮੇਂ। ਇਹ ਤਾਂ 1919 ਈਸਵੀ ਵਿੱਚ ਕਿਹਦੇ ਸਮੇਂ ਵਿੱਚ ਹੋਈ ਸੀ? ਕੌਣ ਸੀ ਉਦੋਂ, ਦਿਮਾਗ 'ਚੋਂ ਸਕਿਪ ਕਰ ਗਿਆ। ਹਾਂ, ਚੈਂਪਸਫੋਰਡ ਦੇ ਸਮੇਂ ਹੋਈ ਸੀ। ਰੌਲਟ ਐਕਟ, ਇਹ ਵੀ ਜਲਿਆਂਵਾਲੇ ਬਾਗ ਦੀ ਘਟਨਾ ਤੋਂ ਹੀ ਪ੍ਰਭਾਵਿਤ ਸੀ। ਰੌਲਟ ਐਕਟ ਦੇ ਵਿਰੋਧ ਦੇ ਵਿੱਚ ਤਾਂ ਲੋਕਾਂ ਨੇ ਉੱਥੇ ਮੀਟਿੰਗ ਰੱਖੀ ਸੀ। ਬੰਗਾਲ ਦੇ ਵਿਭਾਜਨ ਸਮੇਂ ਕੌਣ ਸੀ? 1905 ਦੇ ਵਿੱਚ ਲਾਰਡ ਕਰਜ਼ਨ ਸੀ। ਅਤੇ ਕੱਟ ਕਟਾ ਕੇ ਕੀ ਰਹਿ ਗਿਆ? ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ 1885 ਦੇ ਵਿੱਚ ਕਿਹਨੇ ਕੀਤੀ ਸੀ? ਏਓ ਹਿਊਮ ਨੇ ਕੀਤੀ ਸੀ। ਕੌਣ ਸੀ ਉਦੋਂ? ਡੱਫਰ ਬੰਦਾ ਸੀ ਜਿਹਨੇ ਇਹਨੂੰ ਬਣਾਉਣ ਦੀ ਆਗਿਆ ਦਿੱਤੀ ਸੀ। ਕੌਣ ਹੈ ਜੀ? ਡਫਰਿਨ। ਓਕੇ, ਆਹ ਤਾਂ ਤੁਹਾਨੂੰ ਬਾਅਦ ਕੱਲ੍ਹ ਚੰਗੀ ਤਰ੍ਹਾਂ ਮੈਂ ਡਿਟੇਲ 'ਚ ਕਰਵਾ ਕੇ ਗਿਆ, ਤੂੰ ਚੰਗੀ ਡਿਟੇਲ 'ਚ ਮੈਂ ਕਰਵਾ ਨਹੀਂ ਸਕਦਾ। ਬਰਨਾਕੁਲਰ ਪ੍ਰੈਸ ਐਕਟ ਕਿਸ ਨੇ ਲਾਗੂ ਕੀਤਾ? ਮੈਨੂੰ ਇਹ ਦੱਸ ਦਿਓ ਬਸ ਕਿ ਬਰਨਾਕੁਲਰ ਪ੍ਰੈਸ ਐਕਟ ਦੇ ਵਿੱਚ ਕੀ ਕੁਛ ਸੀ, ਕੀ ਸੀ ਇਹਦੇ ਵਿੱਚ, ਕੀ ਰੂਲ ਕਰੇ ਸੀ? ਪ੍ਰੈਸ ਨੂੰ ਇਹਨਾਂ ਨੇ ਸਹੂਲਤਾਂ ਦਿੱਤੀਆਂ ਸੀ ਕਿ ਇਹਨਾਂ ਨੇ ਸਹੂਲਤਾਂ ਖਤਮ ਕਰਤੀਆਂ ਸੀ? ਤੁਸੀਂ ਉਹ ਦੱਸਣਾ ਮੈਨੂੰ ਕਮੈਂਟਾਂ ਦੇ ਵਿੱਚ। ਠੀਕ ਹੈ, ਲਾਰਡ ਮੇਓ ਦਾ ਆਨਸਰ ਆ ਨਹੀਂ ਸਕਦਾ ਕਿਉਂਕਿ ਇਹਦੇ ਸਮੇਂ ਤਾਂ ਪਹਿਲੀ ਜਨਗਣਨਾ ਹੋਈ ਸੀ। ਲਾਰਡ ਕੈਨਿੰਗ ਵੀ ਨਹੀਂ ਆ ਸਕਦਾ ਕਿਉਂਕਿ ਇਹਨੇ ਵਿਧਵਾ ਵਿਆਹ ਲਾਗੂ ਕੀਤਾ ਸੀ। ਲਾਰਡ ਵਿਲੀਅਮ ਬੈਂਟਿੰਗ ਵੀ ਨਹੀਂ ਆ ਸਕਦਾ ਕਿਉਂਕਿ ਇਹਦਾ ਕਾਰਜਕਾਲ 1829 ਦਾ ਸੀ। ਇਹਦਾ ਹੈਗਾ ਜੀ ਲਾਰਡ ਰਿਪਨ। ਠੀਕ ਹੈ ਜੀ, ਲਾਰਡ ਰਿਪਨ। ਇਹ ਮੇਓ, ਇਹ ਆਪਸ਼ਨ ਗਲਤ ਲਿਖੀ ਹੋਈ ਹੈ ਬੱਚਿਓ। ਠੀਕ ਹੈ, ਇਹਦਾ ਆਨਸਰ ਲਾਰਡ ਮੈਓ ਨਹੀਂ ਆਊਗਾ, ਲਾਰਡ ਰਿਪਨ ਹੈ ਇਹਦਾ ਆਨਸਰ। ਠੀਕ ਹੈ, ਰਿਪਨ ਨੇ ਲਾਈ ਸੀ ਅਤੇ ਲਿਟਨ ਨੇ ਇਹ ਉਹ ਕਰਤੀ ਸੀ। ਇੱਕ ਮਿੰਟ ਬੱਚੋ, ਕਨਫਿਊਜ਼ਨ, ਇੱਕ ਮਿੰਟ ਰੁਕੋ, ਇੱਕ ਮਿੰਟ। ਇਸ ਸਵਾਲ ਦੇ ਵਿੱਚ ਰਾਜੇ ਮਿਸਟੇਕ ਹੈਗੀ, ਇੱਥੇ ਲਾਰਡ ਰਿਪਨ ਕੱਟ ਲਿਓ, ਇੱਥੇ ਆਊਗਾ ਲਾਰਡ ਲਿਟਨ। ਲਾਰਡ ਲਿਟਨ ਨੇ ਤਾਂ ਇਹ ਲਾਗੂ ਕੀਤੀ ਸੀ ਬਰਨਾਕੁਲਰ ਪ੍ਰੈਸ ਐਕਟ, ਅਤੇ ਇਹਨੂੰ ਖਤਮ ਕਿਹਨੇ ਕੀਤਾ ਸੀ? ਲਾਰਡ ਰਿਪਨ ਨੇ। ਇਹ ਗਲਤ ਟਾਈਪ ਹੋ ਗਿਆ। ਠੀਕ ਹੈ, ਪ੍ਰਸ਼ਨ ਗਲਤ ਆ 11ਵਾਂ। ਇਹਦਾ ਆਨਸਰ ਕੀ ਆਊਗਾ ਜੀ? ਲਾਰਡ ਲਿਟਨ ਆਊਗਾ, ਇਹਦਾ ਆਨਸਰ ਰਿਪਨ ਨਹੀਂ ਆਊਗਾ। ਰਿਪਨ ਨੇ ਤਾਂ ਜਿਹੜਾ ਇਹ ਬਰਨਾਕੁਲਰ ਪ੍ਰੈਸ ਐਕਟ ਸੀ ਇਹਨੂੰ ਸਮਾਪਤ ਕੀਤਾ ਸੀ। ਇਹਦੇ ਵਿੱਚ ਕੀ ਸੀ ਤੁਸੀਂ ਦੱਸਣਾ ਮੈਨੂੰ, ਤਾਂ ਮੈਂ ਦੱਸ ਹੀ ਦਿੰਦਾ। ਅੱਧੇ ਬੱਚੇ ਜਿਹੜੇ ਨਵੇਂ ਆਏ ਉਹਨਾਂ ਨੂੰ ਫਿਰ ਕਨਫਿਊਜ਼ਨ ਹੋ ਜਾਂਦੀ ਹੈ। ਬਰਨਾਕੁਲਰ ਪ੍ਰੈਸ ਐਕਟ ਬੱਚੇ ਉਹ ਐਕਟ ਸੀ, ਇਹਦੇ ਵਿੱਚ ਕੀ ਸੀ ਕਿ ਆਪਣੇ ਜਿਹੜੇ ਭਾਰਤੀ ਸੀ ਉਹ ਆਪਦੇ ਅਖਬਾਰ 'ਤੇ, ਆਪਦੇ ਭਾਰਤ ਦੇ ਅਖਬਾਰ 'ਤੇ ਅੰਗਰੇਜ਼ਾਂ ਦੇ ਵਿਰੁੱਧ ਉਹਨਾਂ ਦੀ ਆਗਿਆ ਤੋਂ ਬਿਨਾਂ ਕੋਈ ਖਬਰ ਨਹੀਂ ਲਾ ਸਕਦੇ ਸੀ। ਠੀਕ ਹੈ ਜੀ, ਇਹ ਕਾਰਨ ਸੀ। ਦੇਖੋ ਕੱਲ੍ਹ ਮੈਨੂੰ ਇੱਕ ਬੱਚੇ ਦਾ ਮੈਸੇਜ ਆਇਆ ਸੀ, ਕਹਿੰਦਾ ਸਰ ਦੱਸੋ ਭਾਰਤ ਦਾ ਪਹਿਲਾ ਗਵਰਨਰ ਜਨਰਲ ਕੌਣ ਸੀ? ਦੇਖੋ ਬੱਚਿਓ, ਇੱਕ ਤਾਂ ਹੈਗਾ ਆਜ਼ਾਦ ਭਾਰਤ ਦਾ ਪਹਿਲਾ ਗਵਰਨਰ ਜਨਰਲ, ਇੱਕ ਹੈਗਾ ਆਜ਼ਾਦ ਭਾਰਤ ਦਾ ਪਹਿਲਾ ਭਾਰਤੀ ਗਵਰਨਰ ਜਨਰਲ। ਠੀਕ ਹੈ, ਜੇ ਤਾਂ ਆ ਗਈ ਆਪਣੇ ਆਜ਼ਾਦ ਭਾਰਤ ਦਾ ਪਹਿਲਾ ਗਵਰਨਰ ਜਨਰਲ, ਉਹ ਤਾਂ ਹੈਗਾ ਸੀ ਆਪਣਾ ਲਾਰਡ ਮਾਊਂਟਬੈਟਨ, ਜਦੋਂ ਆਪਾਂ ਨੂੰ ਆਜ਼ਾਦੀ ਮਿਲੀ ਸੀ 1947 ਦੇ ਵਿੱਚ। ਅਤੇ ਜੇ ਪੁੱਛ ਲਿਆ ਆਜ਼ਾਦ ਭਾਰਤ ਦਾ ਪਹਿਲਾ ਭਾਰਤੀ, ਉਹ ਹੈਗਾ ਸੀ ਚੱਕਰਵਰਤੀ ਗੋਪਾਲਾਚਾਰੀਆ, ਚੱਕਰਵਰਤੀ ਇਹਦੇ ਨਾਮ ਮੂਹਰੇ। ਠੀਕ ਹੈ, ਅਤੇ ਰਾਜਿੰਦਰ ਪ੍ਰਸਾਦ ਆਪਣਾ ਪਹਿਲਾਂ ਕੀ ਸੀ ਬੱਚਿਓ? ਰਾਸ਼ਟਰਪਤੀ ਸੀ। ਲਾਲਾ ਲਾਜਪਤ ਰਾਏ ਕੌਣ ਸੀ? 1928 ਦੇ ਵਿੱਚ ਸ਼ਹੀਦ ਹੋ ਗਏ ਸੀ ਇਹ। ਗੰਗਾਧਰ ਤਿਲਕ ਕਿਹਦਾ ਮਾਲਕ ਸੀ? ਗਰਮ ਧੜੇ ਦਾ ਸੀ। ਠੀਕ ਹੈ, ਗਰਮ ਧੜਾ ਕਦੋਂ ਬਣਿਆ ਸੀ? 1907 ਦੇ ਵਿੱਚ, ਜਦੋਂ ਸੂਰਤ ਵਿਭਾਜਨ ਹੋਇਆ ਹੈਗਾ ਤਾਂ INC ਦੋ ਧੜਿਆਂ 'ਚ ਵੰਡੀ ਗਈ ਸੀ, ਗਰਮ ਧੜਾ ਅਤੇ ਨਰਮ ਧੜਾ। ਆਹ ਦੇਖੋ ਆਪਰੇਸ਼ਨ ਬਹੁਤ ਜ਼ਿਆਦਾ ਮਹੱਤਵਪੂਰਨ ਹੈ। ਭਾਰਤ ਵਿੱਚ ਪਹਿਲੀ ਵਾਰ ਜਨਗਣਨਾ ਕਿਸੇ ਸ਼ਾਸਨਕਾਲ ਦੇ ਵਿੱਚ ਹੋਈ ਸੀ? ਇਹ ਹੋਈ ਸੀ ਜੀ ਪਹਿਲੀ ਵਾਰ ਜਨਗਣਨਾ ਲਾਰਡ ਮੇਓ ਦੇ ਸ਼ਾਸਨਕਾਲ ਦੇ ਵਿੱਚ, ਭੁੱਲਣਾ ਨਹੀਂ, 1872 ਦੇ ਵਿੱਚ ਹੋਈ ਸੀ ਇਹ। ਠੀਕ ਹੈ ਜੀ, ਇਸ ਤੋਂ ਬਾਅਦ ਭਾਰਤ ਅਤੇ ਯੂਰਪ ਦੇ ਵਿਚਾਲੇ ਸਮੁੰਦਰੀ ਟੈਲੀਗ੍ਰਾਫ ਸੇਵਾ ਕਿਸਰੇ ਸ਼ਾਸਨਕਾਲ ਦੇ ਵਿੱਚ ਹੋਈ ਸੀ? ਦੇਖੋ ਜੀ, ਭਾਰਤ ਅਤੇ ਯੂਰਪ ਦੇ ਵਿਚਾਲੇ ਸਮੁੰਦਰੀ ਟੈਲੀਗ੍ਰਾਫ ਸੇਵਾ ਸੀ, ਇਹ ਹੋਈ ਸੀ ਜੀ ਲਾਰਡ ਜਾਨ ਲਾਰੈਂਸ ਦੇ ਸਮੇਂ ਵਿੱਚ। ਠੀਕ ਹੈ, ਜਾਨ ਲਾਰੈਂਸ ਦੇ ਸਮੇਂ ਦੇ ਵਿੱਚ ਟੈਲੀਗ੍ਰਾਫ ਸੇਵਾ ਸ਼ੁਰੂ ਕੀਤੀ ਗਈ ਸੀ। ਓਕੇ, ਅਤੇ ਮੈਨੂੰ ਇਹ ਦੱਸ ਦਿਓ ਕਿ ਟੈਲੀਫੋਨ ਦੀ ਜਿਹੜੀ ਸੇਵਾ ਸੀ
ਇਹ ਕਿਹਦੇ ਸਮੇਂ ਵਿੱਚ ਕੀਤੀ ਗਈ ਸੀ? ਟੈਲੀਫੋਨ ਦੀ। ਤੇ ਰੇਲ ਗੱਡੀ ਕਿਹਦੇ ਸਮੇਂ ਦੇ ਵਿੱਚ ਚੱਲੀ ਸੀ ਤੇ ਕਦੋਂ ਚੱਲੀ ਸੀ ਤੇ ਕਿੱਥੋਂ ਤੋਂ ਕਿੱਥੋਂ ਲੈ ਕੇ ਚੱਲੀ ਸੀ, ਉਹ ਵੀ ਦੱਸ ਦਿਓ ਮੈਨੂੰ ਨਾਲ। ਆਹ ਲਾਸਟ ਪ੍ਰਸ਼ਨ ਆ ਗਿਆ। ਭਾਰਤੀ ਸਰਕਾਰ ਅਧਿਨਿਯਮ 1935 ਕਿਸਰੇ ਸ਼ਾਸਨ ਕਾਲ ਦੇ ਵਿੱਚ ਲਾਗੂ ਹੋਇਆ? ਬਹੁਤ ਜ਼ਿਆਦਾ ਮਹੱਤਵਪੂਰਨ ਇਹਦਾ ਇਫੈਕਟ ਪਿਆ ਸੀ ਆਪਣੇ ਸੰਵਿਧਾਨ 'ਤੇ। ਇਹਦਾ ਜਿਹੜਾ ਸੰਵਿਧਾਨ 'ਤੇ ਬਹੁਤ ਵੱਡਾ ਇਫੈਕਟ ਪਿਆ ਸੀ 1935 ਵਾਲੇ ਦਾ। ਇਹ ਆਪਾਂ ਕਿੱਥੇ ਜਾ ਕੇ ਡਿਸਕਸ ਕਰਾਂਗੇ? ਇਹ ਆਪਾਂ ਕਰਾਂਗੇ ਡਿਸਕਸ ਜਾ ਕੇ ਜੀ ਪੋਲੀਟੀ ਦੇ ਵਿੱਚ। ਪੋਲੀਟੀ ਦੇ ਵਿੱਚ ਜਿਹੜਾ ਆਪਾਂ ਸੋਰਸ ਬਾਰੇ ਪੜਾਂਗੇ ਨਾ, ਸੋਰਸ ਕਿ ਕਿਹੜੀ ਸਟੇਟ ਤੋਂ ਕਿਹੜਾ ਸੋਰਸ ਮਿਲਿਆ, ਕਿਹੜੀ ਤੋਂ ਕਿਹੜਾ ਸੋਰਸ ਲੈਤਾ, ਕਿਹੜੀ ਤੋਂ ਕਿਹੜਾ ਸੰਵਿਧਾਨ ਲੈਤਾ, ਉਦੋਂ ਆਪਾਂ 1935 ਦੇ ਬਾਰੇ ਚਰਚਾ ਕਰਾਂਗੇ ਕਿ 1935 ਜਿਹੜਾ ਅਧਿਕਤਮ ਸੀ ਇਹ ਤੋਂ ਆਪਾਂ ਕੀ ਲੈਤਾ। ਇੱਕ ਤੁਹਾਨੂੰ ਹੋਰ ਦੱਸ ਦੇਣਾ, ਜਿਹੜੀ ਆਪਣੇ RBI ਨਹੀਂ ਹੈਗੀ, ਰਿਜ਼ਰਵ ਬੈਂਕ ਆਫ ਇੰਡੀਆ, ਉਹ 1 ਅਪ੍ਰੈਲ 1935 ਨੂੰ ਬਣੀ ਸੀ। ਉਹ ਇਸੇ ਐਕਟ ਦੇ ਅਧੀਨ ਬਣੀ ਸੀ। ਠੀਕ ਹੈ, ਹੁਣ RBI ਦੀ ਗੱਲ ਚੱਲਦੀ ਪਈ। ਇੱਕ ਤਾਂ ਮੈਨੂੰ ਦੱਸ ਦਿਓ RBI ਦਾ ਹੈੱਡਕੁਆਟਰ, ਇੱਕ ਇਹਦਾ ਮੈਨੂੰ ਹੈੱਡ ਦੱਸ ਦਿਓ, ਹੈੱਡ ਕੌਣ ਹੈ ਇਹਦਾ। ਠੀਕ ਹੈ, ਇੱਕ ਐਸਟੈਬਲਿਸ਼ ਕਦੋਂ ਹੋਈ ਸੀ? ਐਸਟੈਬਲਿਸ਼ ਤਾਂ ਚਲੋ ਮੈਂ ਤੁਹਾਨੂੰ ਦੱਸਦੀ 1 ਅਪ੍ਰੈਲ 1935 ਨੂੰ ਹੋਈ ਸੀ। ਇੱਕ ਮੈਨੂੰ ਇਹਦਾ ਹੈੱਡਕੁਆਟਰ ਅਤੇ ਇੱਕ ਮੈਨੂੰ ਇਹਦਾ ਹੈੱਡ ਦੱਸ ਦਿਓ ਕੌਣ ਆ ਮੁਖੀ ਇਹਦਾ। ਠੀਕ ਹੈ, ਸ਼ਸ਼ੀਕਾਂਤ ਦੱਸ ਸਕਦਾ, ਕੋਈ ਹੋਰ ਹੈ? ਅੱਧੇ ਪੋਜੀਸ਼ਨ ਮੈਂ ਤੁਹਾਨੂੰ ਆਹੀ ਦੱਸ ਜਾਣਾ ਹੁਣ, ਦਿਮਾਗ ਲਾ ਲਿਆ ਕਰੋ ਮਾੜਾ ਮੋਟਾ। ਠੀਕ ਹੈ ਜੀ, 15 ਦੇ 15 ਨਿਬੜ ਗਏ। ਹੁਣ ਆਪਾਂ ਗੱਲ ਕਰੀਏ ਕੱਲ੍ਹ ਬਾਰੇ। ਕੱਲ੍ਹ ਦੀ ਗੱਲ ਇਹ ਹੈ ਕਿ ਕੱਲ੍ਹ ਨੂੰ ਆਪਾਂ ਮੈਥ ਡਿਸਕਸ ਕਰਨਾ ਸਾਰਾ ਮੁੜ ਕੇ, ਕਿਉਂਕਿ 6-7 ਦਿਨ ਆਪਾਂ ਫਿਰ ਰਿਵੀਜ਼ਨ ਕਰਾਂਗੇ, ਫਿਰ ਆਪਣਾ ਮੈਥ ਚੱਲ ਪਊ ਅੱਗੇ। ਕੱਲ੍ਹ ਨੂੰ ਜਿਹੜੇ ਵੀ ਬੱਚਿਆਂ ਨੂੰ ਪ੍ਰੋਬਲਮ ਹੈ ਚੁੱਪ ਕਰਕੇ ਮੈਨੂੰ ਸਕਰੀਨਸ਼ਾਟ ਖਿੱਚ ਕੇ ਟੈਲੀਗ੍ਰਾਮ 'ਤੇ ਸੈਂਡ ਕਰੀ ਚੱਲੋ, ਉਹਦਾ ਮੈਂ ਸਾਰਾ ਹੱਲ ਤੁਹਾਡੇ ਕੋਲ ਪਹੁੰਚਦਾ ਕਰ ਦੂੰਗਾ। ਓਕੇ ਜੀ, ਅਤੇ ਵੀਡੀਓ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰ ਦਿਓ। ਅਤੇ ਅੱਧੇ ਬੱਚਿਆਂ ਨੂੰ ਕਨਫਿਊਜ਼ਨ ਹੈਗੀ, ਕਹਿੰਦੇ ਜੇ ਅਸੀਂ ਮਤਲਬ ਹੁਣ ਜੇਲ੍ਹ ਵਾਰਡਨ ਦੀ ਪੋਸਟ ਭਰੀ ਹੈ ਕਿ ਅਸੀਂ ਪੰਜਾਬ ਪੁਲਿਸ ਦੀ ਪੋਸਟ ਵੀ ਭਰ ਸਕਦੇ ਹਾਂ ਸਿਪਾਹੀਆਂ ਵਾਲੀ। ਦੇਖੋ ਜੀ, ਚਾਹੇ ਤੁਸੀਂ 20 ਪੋਸਟਾਂ ਭਰ ਦਿਓ, ਇਹਨਾਂ ਕੋਈ ਸੰਬੰਧ ਨਹੀਂ ਹੈਗਾ। ਬਸ ਤੁਸੀਂ 12ਵੀਂ ਤੁਹਾਡੀ ਪੂਰੀ ਕਲੀਅਰ ਹੋਣੀ ਚਾਹੀਦੀ ਹੈ, 12ਵੀਂ ਦਾ ਸਰਟੀਫਿਕੇਟ ਤੁਹਾਡੇ ਹੱਥਾਂ ਦੇ ਵਿੱਚ ਹੋਣਾ ਚਾਹੀਦਾ। ਠੀਕ ਹੈ, ਇੱਕ ਵੀ ਪੇਪਰ ਨਹੀਂ ਰਹਿੰਦਾ ਹੋਣਾ ਚਾਹੀਦਾ ਤੁਹਾਡਾ। ਓਕੇ ਜੀ, ਅਤੇ ਬਸ ਇਹੀ ਗੱਲ ਕਰਨੀ ਸੀ। ਅਤੇ ਬਾਕੀ ਜੇ ਕਿਸੇ ਨੂੰ ਹੋਰ ਬੱਚੇ ਨੂੰ ਕਨਫਿਊਜ਼ਨ ਇਹਦੇ ਰਿਲੇਟਡ ਤਾਂ ਜਦੋਂ ਮਰਜ਼ੀ ਪੁੱਛ ਸਕਦਾ। ਇਹਦਾ ਤੁਹਾਨੂੰ PDF ਕੱਲ੍ਹ ਨੂੰ ਮਿਲ ਜੂਗਾ ਸੁਬਾਹ। ਠੀਕ ਹੈ, ਇਹ ਆਪਣਾ ਨਿਬੜ ਗਿਆ ਹਿਸਟਰੀ ਦਾ। ਹੁਣ ਬਸ ਤੁਹਾਡਾ ਸੋਮਵਾਰ ਨੂੰ 1 ਲੈਕਚਰ ਲੱਗੂ ਬਸ। ਇਹ ਕੰਮ ਲੈ ਲਿਆ ਅਤੇ ਇਹ ਤੋਂ ਬਾਅਦ ਪੋਜੀਸ਼ਨ ਨਹੀਂ ਆਊਗਾ। ਬਾਕੀ ਜਿਹੜੇ ਥੋੜ੍ਹੇ ਮੋਟੇ ਟੋਪਿਕ ਜਾਂ ਇੱਕ ਅੱਧਾ ਪੋਜੀਸ਼ਨ ਰਹਿ ਗਿਆ, ਉਹ ਆਪਾਂ ਜਿਹੜੇ 50 MCQ ਪਾਇਆ ਕਰਾਂਗੇ ਆਪਾਂ ਤੁਹਾਨੂੰ, ਹੈ ਨਾ, ਉਹਦੇ ਵਿੱਚ ਕਵਰ ਕਰ ਲਾਂਗੇ ਆਪਾਂ। ਠੀਕ ਹੈ ਜੀ, ਅਤੇ ਹੋਰ ਕੋਈ ਗੱਲਬਾਤ? ਅਤੇ ਬਸ ਜਿਉਂਦੇ ਵੱਸਦੇ ਰਹੋ ਪੁੱਤਰੋ। ਜੇ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਹੈ ਮੈਥ ਦੇ ਵਿੱਚ, ਰੀਜ਼ਨਿੰਗ ਦੇ ਵਿੱਚ, ਅਤੇ ਹੁਣ ਆਪਾਂ ਰੀਜ਼ਨਿੰਗ ਦਾ ਲੈਕਚਰ ਨਾ ਮੰਡੇ ਨੂੰ ਲਾਵਾਂਗੇ। ਮੰਡੇ ਨੂੰ ਆਪਾਂ ਲਾਵਾਂਗੇ ਰੀਜ਼ਨਿੰਗ ਦਾ ਲੈਕਚਰ। ਠੀਕ ਹੈ, ਥੋੜ੍ਹਾ ਮੈਂ ਵੀ ਥੱਕਿਆ ਜੇ ਪਿਆ, ਮੈਨੂੰ ਵੀ ਰੈਸਟ ਕਰ ਲੈਂਦਾ ਥੋੜ੍ਹੀ ਜਿਹੀ। ਅਤੇ ਲਗਾਤਾਰ ਨਾ 6-7 ਦਿਨ ਮੈਂ ਸਾਰਾ ਦਿਨ ਕੰਪਿਊਟਰ ਹੀ ਲੰਘ ਜਾਂਦਾ ਹੈਗਾ, ਕਿਤੇ ਆਹ ਬਣਾ ਲਓ ਕਿਤੇ ਉਹ ਬਣਾ ਲਓ। ਠੀਕ ਹੈ ਨਾ, ਤਾਂ ਕਰਕੇ ਮੈਨੂੰ ਥੋੜ੍ਹੀ ਰੈਸਟ ਦੇ ਦਿਓ 2 ਕੁ ਦਿਨਾਂ ਦੀ। ਸੰਡੇ ਦਾ ਚੱਲ ਮੈਂ ਲਾਉਣੀ 1 ਲੈਕਚਰ ਦਾ ਤੁਹਾਡਾ, ਅਤੇ ਕੱਲ੍ਹ ਦੀ ਮੈਨੂੰ ਰੈਸਟ ਦੇ ਦਿਓ। ਅਤੇ ਉਹ ਲੈਕਚਰ ਆਪਣਾ ਘੰਟੇ 1.5 ਘੰਟੇ ਦਾ ਲੱਗੂਗਾ। ਅਤੇ ਹਜੇ ਵੀ ਮੌਕਾ ਪੁੱਤਰੋ, ਜਿਹਨੂੰ ਕੋਈ ਕਨਫਿਊਜ਼ਨ ਹੈਗੀ ਹੈ ਮੈਥ ਦੇ ਵਿੱਚ ਪੁੱਛ ਲਿਓ। ਫਿਰ ਰੋਜ਼ ਆਪਣੇ ਕੋਲ ਟਾਈਮ ਨਹੀਂ ਹੈਗਾ ਕਿ ਆਪਾਂ ਉੱਥੇ ਤੁਰੇ ਫਿਰਾਂਗੇ। ਅੱਧੇ ਬੱਚੇ ਹੁਸ਼ਿਆਰ ਆ ਪੜ੍ਹਾਈ ਦੇ ਵਿੱਚ, ਉਹ ਕਹਿੰਦੇ ਸਰ ਤੇਜ਼ ਚੱਲੋ, ਅੱਧੇ ਕਹੀ ਜਾਂਦੇ ਸਲੋਅ ਚੱਲੋ। ਠੀਕ ਹੈ, ਅਤੇ ਆਪਾਂ ਰਲ ਮਿਲ ਕੇ ਚੱਲ ਪਈਏ ਅਤੇ ਸਹੀ ਰਹਾਂਗੇ। ਨਹੀਂ ਫਿਰ ਮੈਨੂੰ 2 ਲੈਕਚਰ ਲਾਉਣੇ ਪਿਆ ਕਰਨਗੇ। ਇੱਕ ਮੈਥ ਦਾ ਉਹਨਾਂ ਵਾਸਤੇ ਲਾਉਣਾ ਪਿਆ ਕਰੂਗਾ ਜਿਹਨਾਂ ਨੂੰ ਘੱਟ ਆਉਂਦਾ, ਇੱਕ ਉਹਨਾਂ ਵਾਸਤੇ ਜਿਹਨਾਂ ਨੂੰ ਵੱਧ ਆਉਂਦਾ ਗਾ। ਅਤੇ ਫਿਰ ਮੇਰਾ ਟਾਈਮ ਥੋੜ੍ਹਾ ਜਿਹਾ, ਮੇਰੇ ਕੋਲ ਇੰਨਾ ਟਾਈਮ ਹੈ ਨਹੀਂ। ਅਤੇ ਪਲੀਜ਼ ਮਿਹਨਤ ਹੈਗੀ ਕਿ ਰਲ ਮਿਲ ਕੇ ਚੱਲੀ ਚੱਲੋ। ਓਕੇ ਜੀ, ਅਤੇ ਇੱਕ ਮੈਨੂੰ ਉਹ ਬੱਚੇ ਪੁੱਛ ਰਹੇ ਸੀ ਅੱਧੇ ਕਿ ਕਾਰਪੋਰੇਟ ਬੈਂਕ ਵਾਲੇ ਆ, ਜਿਹੜੇ ਕਾਰਪੋਰੇਟ ਬੈਂਕ ਵਾਲੇ ਆ ਪਲੱਸ PCS PCL ਵਾਲੇ ਆ। ਦੇਖੋ ਜੀ, ਜੇ ਤੁਸੀਂ ਇਹਨਾਂ ਦੀ ਤਿਆਰੀ ਕਰਨੀ ਹੈ ਦੋਨਾਂ ਚੀਜ਼ਾਂ ਦੀ, ਠੀਕ ਹੈ, ਤੁਸੀਂ ਮੈਨੂੰ ਕਮੈਂਟ ਕਰ ਦਿਓ, ਅਤੇ ਤੁਹਾਨੂੰ ਇਹਦਾ ਮੈਂ ਬੈਚ ਅਲੱਗ ਤੋਂ ਸ਼ੁਰੂ ਕਰ ਲੂँਗਾ। ਫਿਰ ਮੈਂ ਕਾਰਪੋਰੇਟ ਅਤੇ PCL ਦਾ ਬੈਚ ਅਲੱਗ ਤੋਂ ਸ਼ੁਰੂ ਕਰ ਲੂँਗਾ। ਅਤੇ ਤੁਸੀਂ ਮੈਨੂੰ ਦੱਸ ਦਿਓ ਜਿਹੜੇ ਜੇ ਤਾਂ ਬੱਚਾ 100 ਤੋਂ ਉੱਤੇ ਪਲੱਸ ਬੱਚਾ ਹੋਇਆ ਤਿਆਰੀ ਕਰਨ ਵਾਲਾ, ਫਿਰ ਮੈਂ ਤਿਆਰੀ ਕਰਵਾਊਂਗਾ। ਜੇ 100 ਤੋਂ ਘੱਟ ਹੋਇਆ ਫਿਰ ਮੈਂ ਤਿਆਰੀ ਨਹੀਂ ਕਰਵਾ ਸਕਦਾ, ਕਿਉਂਕਿ ਫਿਰ ਮੈਂ ਟਾਈਮ ਨਹੀਂ ਖ਼ਰਾਬ ਕਰਨਾ ਉਹਦਾ। ਠੀਕ ਹੈ, ਅਤੇ ਕਾਰਪੋਰੇਟ ਬੈਂਕ ਦਾ ਅਤੇ PCL ਦਾ ਮੈਂ ਦੁਬਾਰੇ ਪੇਪਰ ਕੱਢ ਕੇ ਦੇਖੇ ਸੀ ਪੁਰਾਣੇ, ਅਤੇ ਇਹਨਾਂ ਦਾ ਲੈਵਲ ਸਿਪਾਹੀਆਂ ਨਾਲ ਥੋੜ੍ਹਾ ਜਿਹਾ ਅਪ ਹੋਊਗਾ। ਸਿਪਾਹੀਆਂ ਨਾਲ ਥੋੜ੍ਹਾ ਜਿਹਾ ਪੇਪਰ ਇਹਨਾਂ ਦਾ ਅਪ ਹੋਊਗਾ ਕਾਰਪੋਰੇਟ ਬੈਂਕ ਅਤੇ PCL ਦਾ, ਅਤੇ ਸਪੀਡ ਵੀ ਡਿਪੈਂਡ ਕਰਦੀ ਇਹਦੇ ਵਿੱਚ। ਅਤੇ ਜਿਹੜੇ ਬੱਚਿਆਂ ਨੇ PCL ਦੀ ਤਿਆਰੀ ਕਰਨੀ ਹੈ ਪਲੱਸ ਕਾਰਪੋਰੇਟ ਬੈਂਕ ਦੀ ਤਿਆਰੀ ਕਰਨੀ ਹੈ ਫ੍ਰੀ ਦੇ ਵਿੱਚ ਵਿਦ PDF, ਤਾਂ ਉਹ ਮੈਨੂੰ ਕਮੈਂਟ ਕਰ ਦਿਓ ਥੱਲੇ। ਅਤੇ ਜੇ 100 ਪਲੱਸ ਬੱਚਾ ਹੋ ਗਿਆ ਜਿੱਦੇ, ਉੱਦਾਂ ਮੈਂ ਨਵਾਂ ਬੈਚ ਸ਼ੁਰੂ ਕਰ ਲੂੰ ਉਹਨਾਂ ਦਾ। ਠੀਕ ਹੈ ਜੀ, ਉੱਦਾਂ ਮੈਂ ਨਵਾਂ ਬੈਚ ਸ਼ੁਰੂ ਕਰ ਲੂँਗਾ ਉਹਨਾਂ ਦਾ। ਅਤੇ ਇਹ ਹੁਣ ਤੁਹਾਡੇ 'ਤੇ ਜੇ ਤੁਸੀਂ ਤਿਆਰੀ ਕਰਨੀ ਹੈ ਤਾਂ ਕਰੀ ਚਲੋ, ਤੁਹਾਡੇ ਕੋਲ ਮੌਕਾ ਹੈਗਾ ਗਾ। ਠੀਕ ਹੈ ਜੀ, ਅਤੇ ਬਸ ਧੰਨਵਾਦ ਮੇਰੇ ਦੋਸਤੋ, ਜਿਉਂਦੇ ਵੱਸਦੇ ਰਹੋ।
ਤੇ ਤੁਸੀਂ ਦੱਸ ਦਿਓ PSPCL ਵਾਲਿਓ ਤੇ ਪਲੱਸ ਕਾਰਪੋਰੇਟ ਬੈਂਕ ਵਾਲਿਓ। ਠੀਕ ਹੈ, ਤੁਸੀਂ ਦੱਸ ਦਿਓ ਜੇ ਤੁਸੀਂ ਤਿਆਰੀ ਕਰਨੀ ਹੈ, ਤੇ ਮੈਂ ਤੁਹਾਨੂੰ ਤਿਆਰੀ ਕਰਵਾ ਦੂੰਗਾ ਅਲੱਗ ਤੋਂ। ਪਲੱਸ 100 ਬੱਚਾ ਹੋਣਾ ਚਾਹੀਦਾ, ਫਿਰ ਫਾਇਦਾ ਕਰਵਾਏ ਦਾ। ਓਕੇ ਜੀ, ਧੰਨਵਾਦ ਮੇਰੇ ਦੋਸਤੋ, ਜਿਉਂਦੇ ਵੱਧਦੇ ਰਹੋ।